ਮੈਂ ਬਹੁਤ ਬਿਮਾਰ ਹੋ ਗਿਆ ਅਤੇ ਮੇਰੀ ਪਤਨੀ ਨੇ ਸਾਰੀ ਜ਼ਿੰਮੇਵਾਰੀ ਆਪਣੇ ਸਿਰ 'ਤੇ ਲੈ ਲਈ। ਮੇਰੀ ਦਵਾਈ ਤੋਂ ਲੈ ਕੇ ਘਰ ਦਾ ਪੂਰਾ ਖਰਚਾ ਆਪ ਚਲਾਉਣ ਲੱਗੀ। ਜਦੋਂ ਮੈਂ ਪੁੱਛਦਾ ਕਿ ਇੰਨੇ ਸਾਰੇ ਪੈਸੇ ਤੇਰੇ ਕੋਲ ਕਿੱਥੋਂ ਆਏ, ਤਾਂ ਉਹ ਗੱਲ ਨੂੰ ਟਾਲ ਦਿੰਦੀ ਅਤੇ ਮੇਰੀ ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੰਦੀ। ਇੱਕ ਦਿਨ ਜਦੋਂ ਮੈਂ ਉਸਦੇ ਪਿੱਛੇ ਕੀਤਾ, ਜੋ ਨਜ਼ਾਰਾ ਮੈਂ ਦੇਖਿਆ ਉਸ ਨੂੰ ਦੇਖ ਕੇ ਮੇਰੀ ਤਾਂ ਜਾਨ ਹੀ ਨਿਕਲ ਗਈ, ਕਿਉਂਕਿ ਮੇਰੀ ਪਤਨੀ ਕਿਸੇ ਗੈਰ ਮਰਦ ਨਾਲ ਮੇਰੀ ਪਤਨੀ ਅਜਿਹਾ ਕੀ ਕੰਮ ਕਰਦੀ ਸੀ ਜੋ ਉਸਨੂੰ ਥੋੜ੍ਹੇ ਜਿਹੇ ਕੰਮ ਦੇ ਇੰਨੇ ਸਾਰੇ ਪੈਸੇ ਮਿਲਦੇ ਸਨ ਕਿ ਸਾਡੀ ਗਰੀਬੀ ਦੂਰ ਹੋ ਗਈ ਸੀ। ਮੈਂ ਆਪਣੀ ਪਤਨੀ 'ਤੇ ਸ਼ੱਕ ਨਹੀਂ ਕਰਨਾ ਚਾਹੁੰਦਾ ਸੀ, ਪਰ ਹਰ ਰੋਜ਼ ਇਹ ਸਿਲਸਿਲਾ ਦੇਖ ਕੇ ਮੈਨੂੰ ਸੀਮਾ 'ਤੇ ਸ਼ੱਕ ਹੋਣ ਲੱਗਿਆ ਸੀ। ਕਿਤੇ ਉਹ ਪੈਸੇ ਖਾਤਰ ਆਪਣੀ ਇੱਜ਼ਤ, ਤਾਂ ਇਸ ਤੋਂ ਅੱਗੇ ਸੋਚਣ ਦੀ ਮੇਰੇ ਵਿੱਚ ਹਿੰਮਤ ਨਹੀਂ ਬਚੀ ਸੀ। ਮੈਨੂੰ ਉਸ ਵੇਲੇ ਪਹਿਲੀ ਵਾਰ ਬੇਬਸੀ ਮਹਿਸੂਸ ਹੋਈ। ਮੈਨੂੰ ਮੇਰੀ ਇਸ ਬਿਮਾਰੀ 'ਤੇ ਗੁੱਸਾ ਆਉਣ ਲੱਗਿਆ ਸੀ। ਕਾਸ਼ ਇਹ ਬਿਮਾਰੀ ਮੈਨੂੰ ਨਾ ਲੱਗਦੀ ਤਾਂ ਸ਼ਾਇਦ ਅੱਜ ਹਾਲਾਤ ਕੁਝ ਹੋਰ ਹੁੰਦੇ। ਮੇਰੀ ਪਤਨੀ ਬਹੁਤ ਸੋਹਣੀ ਸੀ। ਮੇਰੀ ਗਰੀਬੀ ਅਤੇ 2 ਬੱਚਿਆਂ ਦੀ ਪੈਦਾਇਸ਼ ਨਾਲ ਵੀ ਉਸਦੀ ਖੂਬਸੂਰਤੀ ਨੂੰ ਕੋਈ ਫਰਕ ਨਹੀਂ ਪਿਆ ਸੀ। ਉਸਦੀ ਖੂਬਸੂਰਤੀ ਦਾ ਰਾਜ਼ ਸ਼ਾਇਦ ਮੇਰੀ ਮੁਹੱਬਤ ਹੀ ਸੀ। ਅਸੀਂ ਗਰੀਬ ਆਪਣੀਆਂ ਪਤਨੀਆਂ ਨੂੰ ਬਸ ਵਫ਼ਾਦਾਰ ਅਤੇ ਮੁਹੱਬਤ ਹੀ ਜੀ ਭਰ ਕੇ ਦੇ ਸਕਦੇ ਹਾਂ, ਜਿਸ ਕਰਕੇ ਸਾਡੀ ਪਤਨੀ ਸਾਡੇ ਨਾਲ ਹਰ ਹਾਲ ਵਿੱਚ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਹੁਣ ਤੱਕ ਆਪਣੀ ਗਰੀਬੀ ਦੇ ਬਾਵਜੂਦ ਵੀ ਅਸੀਂ ਖੁਸ਼ ਸੀ, ਪਰ ਮੇਰੀ ਬਿਮਾਰੀ ਨੇ ਸਭ ਕੁਝ ਖਤਮ ਕਰਕੇ ਰੱਖ ਦਿੱਤਾ। ਮੇਰੀ ਬਿਮਾਰੀ ਦੇ ਬਾਅਦ ਮੇਰੀ ਪਤਨੀ ਸ਼ਾਇਦ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ ਲੱਗੀ ਸੀ। ਜਦੋਂ ਤੱਕ ਉਹ ਘਰ ਤੋਂ ਬਾਹਰ ਰਹਿੰਦੀ, ਮੇਰੀ ਜਾਨ ਸੂਲੀ 'ਤੇ ਲਟਕੀ ਰਹਿੰਦੀ। ਜਦੋਂ ਤੱਕ ਮੈਂ ਕਮਾਉਂਦਾ ਸੀ, ਘੱਟੋ ਘੱਟ ਉਹ ਘਰ ਦੀ 4 ਦੀਵਾਰੀ ਵਿੱਚ ਮਹਿਫੂਜ਼ ਤਾਂ ਸੀ। ਉਸਦੀ ਹਾਲਤ ਦੇਖ ਕੇ ਮੈਂ ਆਪਣੇ ਆਪ ਨੂੰ ਕਿਵੇਂ ਸੰਭਾਲਦਾ ਸੀ ਨਹੀਂ ਜਾਣਦਾ ਸੀ। ਮੈਨੂੰ ਸੀਮਾ ਪਹਿਲਾਂ ਤੋਂ ਕਮਜ਼ੋਰ ਲੱਗਣ ਲੱਗੀ ਸੀ। ਰਾਤ ਨੂੰ ਬੱਚਿਆਂ ਨਾਲ ਮੰਜੇ 'ਤੇ ਸੁੱਤੀ ਪਈ ਸੀ, ਪਰ ਸਵੇਰੇ ਉਹ ਆਪਣੇ ਟਾਈਮ 'ਤੇ ਨਹੀਂ ਉੱਠ ਸਕੀ। ਉਸਨੂੰ ਬਹੁਤ ਤੇਜ਼ ਬੁਖਾਰ ਸੀ। ਸ਼ਾਇਦ ਰੋਜ਼ ਦੇ ਕੰਮਕਾਜ ਕਰਕੇ ਉਹ ਥੱਕ ਗਈ ਸੀ। ਮੈਨੂੰ ਉਸਦੀ ਫਿਕਰ ਸੀ। ਮੈਂ ਉਸਨੂੰ ਨਹੀਂ ਉਠਾਇਆ। ਮੇਰੀ ਤਬੀਅਤ ਪਹਿਲਾਂ ਨਾਲੋਂ ਬਿਹਤਰ ਸੀ, ਪਰ ਡਾਕਟਰ ਨੇ ਕੰਮ ਕਰਨ ਤੋਂ ਮਨ੍ਹਾ ਕੀਤਾ ਸੀ। ਕਿਹਾ ਸੀ ਕਿ ਜਦੋਂ ਤੱਕ ਪੂਰੀ ਤਰ੍ਹਾਂ ਠੀਕ ਨਾ ਹੋਵੇ, ਮਿਹਨਤ ਵਾਲਾ ਕੋਈ ਕੰਮ ਨਾ ਕਰਨਾ। ਪਰ ਮੈਂ ਹੁਣ ਘਰ ਦੇ ਨਿੱਕੇ ਮੋਟੇ ਕੰਮ ਕਰ ਦਿੰਦਾ ਸੀ। ਮੈਂ ਬੱਚਿਆਂ ਨੂੰ ਨਾਸ਼ਤਾ ਬਣਾ ਕੇ ਕਰਵਾ ਦਿੱਤਾ ਅਤੇ ਸੀਮਾ ਲਈ ਚਾਹ ਬਣਾਈ। ਹਜੇ ਸੀਮਾ ਚਾਹ ਪੀਣ ਲਈ ਮੰਜੇ ਤੋਂ ਉੱਠੀ ਹੀ ਸੀ, ਉਦੋਂ ਹੀ ਦਰਵਾਜ਼ਾ ਖੜਕਿਆ ਅਤੇ ਮੇਰੇ ਬੇਟੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਇੱਕ ਹੱਟਾ-ਕੱਟਾ ਆਦਮੀ ਬਾਹਰ ਖੜ੍ਹਾ ਸੀ। ਉਸ ਆਦਮੀ ਨੂੰ ਦੇਖ ਕੇ ਬੜਾ ਅਜੀਬ ਮਹਿਸੂਸ ਹੋਇਆ। ਉਹ ਬੜੇ ਅਜੀਬ ਤਰੀਕੇ ਨਾਲ ਘਰ ਦੇ ਅੰਦਰ ਆਇਆ। ਉਸਨੂੰ ਦੇਖ ਕੇ ਮੇਰੀ ਪਤਨੀ ਦੇ ਚਿਹਰੇ ਦਾ ਰੰਗ ਉੱਡ ਗਿਆ। ਉਸ ਆਦਮੀ ਨੇ ਮੇਰੇ ਵੱਲ ਸਰਸਰੀ ਨਜ਼ਰ ਨਾਲ ਦੇਖਿਆ ਅਤੇ ਫਿਰ ਉਹ ਸੀਮਾ ਨੂੰ ਪੁੱਛਣ ਲੱਗਿਆ ਕਿ ਅੱਜ ਕੰਮ 'ਤੇ ਨਹੀਂ ਆਈ। ਇਹੀ ਕਹਿੰਦੇ ਉਸਨੇ ਜੇਬ ਵਿੱਚੋਂ 5000 ਰੁਪਏ ਕੱਢੇ ਅਤੇ ਸੀਮਾ ਦੇ ਹੱਥ ਵਿੱਚ ਫੜਾ ਦਿੱਤੇ। ਉਸਨੂੰ ਦੇਖ ਮੇਰੀ ਪਤਨੀ ਘਬਰਾਈ ਹੋਈ ਸੀ। ਸੀਮਾ ਨੇ ਕਿਹਾ, ਮਾਲਕਿਨ ਨੂੰ ਕਹਿਣਾ ਮੈਨੂੰ ਬੁਖਾਰ ਹੈ, ਮੈਂ 2 ਦਿਨਾਂ ਤੱਕ ਕੰਮ 'ਤੇ ਨਹੀਂ ਆ ਸਕਦੀ। ਇਹ ਸੁਣ ਕੇ ਉਸ ਆਦਮੀ ਦੇ ਮੱਥੇ 'ਤੇ ਤਿਉੜੀਆਂ ਪੈ ਗਈਆਂ। ਉਸਨੇ ਕਿਹਾ, ਮਾਲਕਿਨ ਦਾ ਤੇਰੇ ਬਗੈਰ ਗੁਜ਼ਾਰਾ ਨਹੀਂ ਹੁੰਦਾ। ਇਹ ਤੈਨੂੰ ਚੰਗੀ ਤਰ੍ਹਾਂ ਪਤਾ ਹੈ। ਤੂੰ ਨਹੀਂ ਆਈ ਤਾਂ ਮਾਲਕਿਨ ਨੇ ਮੈਨੂੰ ਭੇਜ ਦਿੱਤਾ ਅਤੇ ਕਿਹਾ ਕਿ ਜਾ ਕੇ ਪਤਾ ਕਰ ਕਿ ਸੀਮਾ ਕਿਉਂ ਨਹੀਂ ਆਈ। ਪਤਾ ਨਹੀਂ ਕਿਉਂ ਮੈਨੂੰ ਉਸ ਆਦਮੀ ਦੀ ਨਜ਼ਰ ਸਹੀ ਨਹੀਂ ਲੱਗ ਰਹੀ ਸੀ। ਉਹ ਸੀਮਾ ਨੂੰ ਸਿਰ ਤੋਂ ਪੈਰਾਂ ਤੱਕ ਬੜੀ ਗੌਰ ਨਾਲ ਦੇਖ ਰਿਹਾ ਸੀ। ਉਸ ਆਦਮੀ ਨੇ ਕਿਹਾ ਕਿ ਬੁਖਾਰ ਦੀ ਦਵਾਈ ਖਾ ਲੈ, ਕੱਲ੍ਹ ਤੱਕ ਠੀਕ ਹੋ ਜਾਵੇਗੀ। ਠੀਕ ਹੋਣ ਤੋਂ ਬਾਅਦ ਕੰਮ 'ਤੇ ਆ ਜਾਵੀਂ। ਨਹੀਂ, ਤੈਨੂੰ ਤਾਂ ਪਤਾ ਹੈ ਕਿ ਮਾਲਕਿਨ ਦਾ ਤੇਰੇ ਤੋਂ ਬਗੈਰ ਗੁਜ਼ਾਰਾ ਨਹੀਂ ਹੁੰਦਾ। ਵੈਸੇ ਮਾਲਕਿਨ ਕੋਲ ਕੁੜੀਆਂ ਦੀ ਕਮੀ ਨਹੀਂ, ਐਵੇਂ ਬਿਨਾਂ ਗੱਲ ਤੋਂ ਤੇਰੀ ਨੌਕਰੀ ਛੁੱਟ ਜਾਵੇਗੀ। ਇਹ ਗੱਲਾਂ ਕਰਦੇ ਹੋਏ ਉਸ ਆਦਮੀ ਦੀਆਂ ਨਜ਼ਰਾਂ ਸੀਮਾ 'ਤੇ ਟਿਕੀਆਂ ਹੋਈਆਂ ਸਨ ਅਤੇ ਸੀਮਾ ਬਾਰ-ਬਾਰ ਆਪਣੇ ਚਿਹਰੇ 'ਤੇ ਆਉਣ ਵਾਲੇ ਪਸੀਨੇ ਨੂੰ ਪੂੰਝ ਰਹੀ ਸੀ ਅਤੇ ਪਸੀਨਾ ਪੂੰਝਦੇ ਹੋਏ ਕਹਿ ਰਹੀ ਸੀ ਕਿ ਮਾਲਕਿਨ ਨੂੰ ਕਹਿਣਾ ਮੈਂ ਕੱਲ੍ਹ ਜ਼ਰੂਰ ਆਵਾਂਗੀ, ਅੱਗੇ ਤੋਂ ਛੁੱਟੀ ਨਹੀਂ ਕਰਾਂਗੀ। ਸੀਮਾ ਦੇ ਲਹਿਜੇ ਵਿੱਚ ਨਰਮੀ ਦੇ ਨਾਲ-ਨਾਲ ਬੇਬਸੀ ਸੀ। ਉਹ ਆਦਮੀ ਉੱਥੋਂ ਚਲਿਆ ਗਿਆ, ਪਰ ਮੇਰਾ ਦਿਲ ਬੇਤਾਬ ਜਿਹਾ ਹੋ ਗਿਆ। ਉਸ ਆਦਮੀ ਦੀ ਨਜ਼ਰ ਨੇ ਮੇਰੇ ਮਨ ਵਿੱਚ ਕਈ ਸਵਾਲ ਖੜ੍ਹੇ ਕਰ ਦਿੱਤੇ। ਮੇਰਾ ਨਾਮ ਅਜ਼ੀ ਹੈ। ਮੈਂ ਮਜ਼ਦੂਰੀ ਦਾ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਤੋਰਦਾ ਸੀ ਕਿ ਅਚਾਨਕ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਿਆ। ਤਬੀਅਤ ਖਰਾਬ ਹੋਣ 'ਤੇ ਜਦੋਂ ਡਾਕਟਰ ਕੋਲ ਗਿਆ, ਪਰ ਡਾਕਟਰ ਨੇ ਜੋ ਮੈਨੂੰ ਦੱਸਿਆ ਉਹ ਸੁਣ ਕੇ ਮੈਂ ਤਾਂ ਟੁੱਟ ਗਿਆ ਸੀ। ਮੈਂ ਘਰ ਆ ਕੇ ਮੰਜੇ 'ਤੇ ਪੈ ਗਿਆ। ਮੇਰੀ ਪਤਨੀ ਕਮਰੇ ਵਿੱਚੋਂ ਬਾਹਰ ਆਈ ਅਤੇ ਮੈਨੂੰ ਪੁੱਛਣ ਲੱਗੀ ਕਿ ਕੀ ਕਿਹਾ ਡਾਕਟਰ ਨੇ। ਮੈਂ ਉਸਨੂੰ ਕੀ ਦੱਸਦਾ ਕਿ ਡਾਕਟਰ ਨੇ ਕੀ ਕਿਹਾ ਹੈ। ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਸਨ ਕਿ ਮੈਂ ਡਾਕਟਰ ਦੀ ਦੱਸੀ ਹੋਈ ਸਾਰੀ ਦਵਾਈ ਖਰੀਦ ਸਕਦਾ। ਮੈਂ ਖਾਮੋਸ਼ੀ ਨਾਲ ਉਸ ਵੱਲ ਦੇਖਿਆ ਅਤੇ ਕਿਹਾ ਕਿ ਡਾਕਟਰ ਨੇ ਮੈਨੂੰ ਆਰਾਮ ਕਰਨ ਨੂੰ ਕਿਹਾ ਹੈ ਅਤੇ ਬਹੁਤ ਸਾਰੀਆਂ ਦਵਾਈਆਂ ਲਿਖੀਆਂ ਹਨ। ਮੇਰੀ ਗੱਲ ਸੁਣ ਕੇ ਸੀਮਾ ਖਾਮੋਸ਼ ਹੋ ਗਈ। ਉਸਦੇ ਚਿਹਰੇ 'ਤੇ ਅਜੀਬ ਜਿਹੀ ਘਬਰਾਹਟ ਸੀ। ਸਾਨੂੰ ਗਰੀਬਾਂ ਨੂੰ ਆਰਾਮ ਕਰਨ ਅਤੇ ਮਹਿੰਗੀਆਂ ਦਵਾਈਆਂ ਦੀ ਸਹੂਲਤ ਕਿੱਥੇ। ਇੱਥੇ ਤਾਂ ਦਾਲ ਰੋਟੀ ਦੇ ਨਾਲ ਕਿਸੇ ਤਰ੍ਹਾਂ ਗੁਜ਼ਾਰਾ ਹੋ ਜਾਵੇ, ਉਹੀ ਜ਼ਿਆਦਾ ਹੈ। ਮੈਂ ਬਿਲਕੁਲ ਬੇਜਾਨ ਜਿਹਾ ਵਜੂਦ ਲੈ ਕੇ ਬੈਠਾ ਸੀ। ਫਿਰ ਸੀਮਾ ਨੇ ਕਿਹਾ, ਤੁਸੀਂ ਫਿਕਰ ਨਾ ਕਰੋ, ਮੇਰੇ ਕੋਲ ਕੁਝ ਜਮ੍ਹਾਂ ਕੀਤੇ ਹੋਏ ਪੈਸੇ ਹਨ ਜੋ ਤੁਹਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾ ਕੇ ਰਹਾਂਗੀ।
ਡਾਕਟਰ ਨੇ ਮੈਨੂੰ ਦਵਾਈਆਂ ਖਾਣ ਦੇ ਨਾਲ 3 ਮਹੀਨੇ ਲਈ ਆਰਾਮ ਕਰਨ ਨੂੰ ਕਿਹਾ ਹੈ। ਕਿਸੇ ਤਰ੍ਹਾਂ ਅਸੀਂ ਡਾਕਟਰ ਦੀ ਦੱਸੀ ਦਵਾਈ ਖਰੀਦੀ, ਪਰ 1 ਹਫ਼ਤੇ ਬਾਅਦ ਹੱਥ ਤੰਗ ਹੋਣ ਲੱਗਿਆ। ਮੈਨੂੰ ਦਵਾਈ ਖਾਂਦੇ ਹੋਏ 6 ਦਿਨ ਹੋਏ ਸਨ। 7ਵੇਂ ਦਿਨ ਖਾਣ ਲਈ ਦਵਾਈ ਨਹੀਂ ਸੀ। ਡਾਕਟਰ ਨੇ ਕਿਹਾ ਦਵਾਈ ਛੱਡਣੀ ਨਹੀਂ। ਮੇਰੀਆਂ ਦਵਾਈਆਂ ਇੰਨੀਆਂ ਮਹਿੰਗੀਆਂ ਸੀ ਕਿ ਉਹ ਖਰੀਦਣ ਤੋਂ ਬਾਅਦ ਘਰ ਦੇ ਖਰਚੇ ਲਈ ਪੈਸੇ ਨਹੀਂ ਬਚਦੇ ਸਨ। ਇੱਕ ਦਿਨ ਸੀਮਾ ਨੇ ਮੈਨੂੰ ਕਿਹਾ ਕਿ ਮੈਂ ਕੋਈ ਨੌਕਰੀ ਲੱਭ ਲੈਂਦੀ ਹਾਂ, ਜਦੋਂ ਤੁਸੀਂ ਠੀਕ ਹੋ ਜਾਵੋਗੇ ਮੈਂ ਨੌਕਰੀ ਛੱਡ ਦੇਵਾਂਗੀ। ਇਸ ਤਰ੍ਹਾਂ ਤਾਂ ਬੱਚੇ ਵੀ ਭੁੱਖੇ ਰਹਿਣਗੇ। ਮੈਂ ਆਪਣੇ ਦਿਲ ਨੂੰ ਬਹੁਤ ਸਮਝਾਇਆ, ਪਰ ਨਾ ਚਾਹੁੰਦੇ ਹੋਏ ਵੀ ਆਪਣੀ ਪਤਨੀ ਨੂੰ ਨੌਕਰੀ ਕਰਨ ਦੀ ਇਜਾਜ਼ਤ ਦੇ ਦਿੱਤੀ। ਅਗਲੀ ਸਵੇਰ ਉਹ ਘਰੋਂ ਨਿਕਲੀ। ਮੈਂ ਘਰ ਵਿੱਚ ਰਹਿ ਕੇ ਉਸਦੀ ਨੌਕਰੀ ਲਈ ਦੁਆ ਕਰਨ ਲੱਗਾ। ਉਹ ਸਵੇਰੇ ਘਰੋਂ 9 ਵਜੇ ਗਈ ਸੀ ਤੇ 3 ਘੰਟਿਆਂ ਬਾਅਦ ਉਹ ਵਾਪਸ ਆ ਗਈ। ਇਹ ਦੇਖ ਕੇ ਮੈਂ ਸੋਚਿਆ ਸ਼ਾਇਦ ਉਸਨੂੰ ਨੌਕਰੀ ਨਹੀਂ ਮਿਲੀ ਹੋਣੀ, ਇਸ ਲਈ ਇੰਨੀ ਜਲਦੀ ਘਰ ਆ ਗਈ। ਪਰ ਜਦੋਂ ਮੈਂ ਉਸ ਵੱਲ ਦੇਖਿਆ ਤਾਂ ਉਹ ਕਾਫੀ ਖੁਸ਼ ਲੱਗ ਰਹੀ ਸੀ। ਉਸਦੇ ਹੱਥ ਵਿੱਚ ਮੇਰੀਆਂ ਦਵਾਈਆਂ ਤੇ ਖਾਣ ਪੀਣ ਦਾ ਸਮਾਨ ਸੀ। ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਘਰ ਵਿੱਚ ਤਾਂ ਪੈਸੇ ਵੀ ਨਹੀਂ ਸਨ। ਫਿਰ ਉਹ ਇਹ ਸਾਰਾ ਸਮਾਨ ਕਿੱਥੋਂ ਲੈ ਕੇ ਆਈ ਸੀ। ਉਹ ਮੇਰੇ ਕੋਲ ਆਈ ਤੇ ਮੁਸਕਰਾ ਕੇ ਕਹਿਣ ਲੱਗੀ ਕਿ ਮੈਨੂੰ ਇੱਕ ਚੰਗੀ ਨੌਕਰੀ ਮਿਲ ਗਈ ਹੈ। ਹੁਣ ਤੁਹਾਡੇ ਇਲਾਜ ਵਿੱਚ ਕੋਈ ਕਮੀ ਨਹੀਂ ਹੋਵੇਗੀ, ਤੁਸੀਂ ਬਹੁਤ ਛੇਤੀ ਠੀਕ ਹੋ ਜਾਵੋਗੇ। ਉਸਦੀ ਗੱਲ ਸੁਣ ਕੇ ਮੈਂ ਖੁਸ਼ ਹੋ ਗਿਆ। ਅਗਲੇ ਦਿਨ ਸੀਮਾ ਘਰ ਦਾ ਕੰਮ ਖਤਮ ਕਰਕੇ ਆਪਣੇ ਕੰਮ 'ਤੇ ਚਲੀ ਗਈ। ਉਸਦੇ ਜਾਣ ਤੋਂ ਬਾਅਦ ਮੈਨੂੰ ਇਹ ਖਿਆਲ ਆਇਆ ਕਿ ਮੈਂ ਸੀਮਾ ਨੂੰ ਪੁੱਛਿਆ ਹੀ ਨਹੀਂ ਕਿ ਉਸਨੂੰ ਕਿਹੜੀ ਨੌਕਰੀ ਮਿਲੀ ਹੈ। ਉਹ ਜ਼ਿਆਦਾ ਪੜ੍ਹੀ ਲਿਖੀ ਤਾਂ ਨਹੀਂ ਸੀ, ਵੱਧ ਤੋਂ ਵੱਧ ਕਿਸੇ ਦੇ ਘਰ ਵਿੱਚ ਕੋਈ ਨੌਕਰੀ ਲੱਗੀ ਹੋਵੇਗੀ। ਮੈਂ ਘਰ ਵਿੱਚ ਪਿਆ ਹੀ ਸੋਚ ਰਿਹਾ ਸੀ। ਸੀਮਾ 3 ਘੰਟਿਆਂ ਬਾਅਦ ਘਰ ਵਾਪਸ ਆ ਗਈ। ਉਸਨੂੰ ਦੇਖ ਕੇ ਮੈਂ ਹੈਰਾਨ ਹੋ ਗਿਆ ਤੇ ਪੁੱਛਿਆ ਕਿ ਇੰਨੀ ਜਲਦੀ ਵਾਪਸ ਕਿਵੇਂ ਆ ਗਈ। ਉਸਨੇ ਮੁਸਕਰਾ ਕੇ ਮੈਨੂੰ ਕਿਹਾ ਕਿ ਮੇਰੀ ਨੌਕਰੀ ਇੰਨੇ ਕੁ ਸਮੇਂ ਦੀ ਹੈ। ਮੈਂ ਹੈਰਾਨ ਸੀ, ਅਜਿਹਾ ਕਿਹੜਾ ਕੰਮ ਹੈ ਜੋ 3-4 ਘੰਟੇ ਵਿੱਚ ਖਤਮ ਹੋ ਜਾਂਦਾ ਹੈ। ਉਹ ਖਾਣ ਪੀਣ ਦਾ ਸਮਾਨ ਤੇ ਫਲ ਵੀ ਲਿਆਈ ਸੀ। ਇੰਨੀ ਮਹਿੰਗਾਈ ਵਿੱਚ ਕਿੱਥੇ ਅਸੀਂ ਦਾਲ ਰੋਟੀ ਨਾਲ ਗੁਜ਼ਾਰਾ ਕਰਦੇ ਸੀ। ਹੁਣ ਸਾਡੇ ਘਰ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਸੀ। ਮੈਨੂੰ ਸੀਮਾ ਦੀ ਨੌਕਰੀ ਸਮਝ ਨਹੀਂ ਆ ਰਹੀ ਸੀ। ਕਦੇ ਮੇਰਾ ਦਿਲ ਕਰਦਾ ਕਿ ਮੈਂ ਉਸਨੂੰ ਪੁੱਛਾਂ ਕਿ ਤੂੰ ਅਜਿਹੀ ਕਿਹੜੀ ਨੌਕਰੀ ਕਰਦੀ ਹੈ ਕਿ ਤੂੰ ਅਚਾਨਕ ਇੰਨੇ ਪੈਸੇ ਕਮਾਉਣ ਲੱਗੀ ਹੈ। ਪਰ ਮੈਂ ਚਾਹ ਕੇ ਵੀ ਉਸਨੂੰ ਪੁੱਛ ਨਹੀਂ ਸਕਦਾ ਸੀ, ਕਿਉਂਕਿ ਉਸਨੂੰ ਦੇਖ ਕੇ ਲੱਗਦਾ ਸੀ ਕਿ ਉਹ ਵੀ ਮੈਨੂੰ ਕੁਝ ਦੱਸਣਾ ਨਹੀਂ ਚਾਹੁੰਦੀ। ਹੁਣ ਹੌਲੀ-ਹੌਲੀ ਮੇਰੀ ਤਬੀਅਤ ਵੀ ਠੀਕ ਹੋਣ ਲੱਗੀ ਸੀ, ਪਰ ਅੰਦਰ ਬੇਚੈਨੀ ਸੀ। ਉਸ ਸਵਾਲ ਨੇ ਮੇਰਾ ਸੁੱਖ ਚੈਨ ਖੋਹ ਲਿਆ ਸੀ। ਅੱਜ ਜਦੋਂ ਮੇਰੀ ਪਤਨੀ ਘਰ ਆਈ ਤਾਂ ਮੈਨੂੰ ਇੱਕ ਗੱਲ ਬਹੁਤ ਅਜੀਬ ਲੱਗੀ ਕਿ ਉਹ ਕਾਫੀ ਥੱਕੀ ਲੱਗ ਰਹੀ ਸੀ। ਉਹ ਆਉਂਦੇ ਹੀ ਮੰਜੇ 'ਤੇ ਪੈ ਗਈ। ਉਸਦੇ ਕੱਪੜਿਆਂ 'ਤੇ ਕਈ ਸਾਰੇ ਦਾਗ ਸਨ। ਮੇਰੇ ਦਿਮਾਗ ਵਿੱਚ ਬਹੁਤ ਸਾਰੇ ਸਵਾਲ ਸਨ ਉਸਦੇ ਦਾਗ ਦੇਖ ਕੇ। ਜੇ ਮੈਂ ਉਸਨੂੰ ਕੁਝ ਪੁੱਛਦਾ ਤਾਂ ਨਾ ਜਾਣੇ ਮੇਰੇ ਬਾਰੇ ਵਿੱਚ ਉਹ ਕੀ ਸੋਚਦੀ, ਪਰ ਹੁਣ ਮੈਥੋਂ ਰਿਹਾ ਨਹੀਂ ਜਾ ਰਿਹਾ ਸੀ। ਮੈਂ ਉਸ ਤੋਂ ਪੁੱਛਣਾ ਚਾਹੁੰਦਾ ਸੀ ਕਿ ਉਹ ਕਿਹੜੀ ਨੌਕਰੀ ਜਿਸ ਵਿੱਚ 3-4 ਘੰਟੇ ਲੱਗਦੇ ਹਨ ਤੇ ਉਸਦੇ ਬਦਲੇ ਵਿੱਚ ਇੰਨੇ ਪੈਸੇ ਮਿਲਦੇ ਹਨ। ਅੱਜ ਜਦੋਂ ਘਰ ਵਾਪਸ ਆਈ ਤਾਂ ਮੈਂ ਉਸਨੂੰ ਆਪਣੇ ਕੋਲ ਬੈਠਣ ਲਈ ਕਿਹਾ। ਕੁਝ ਗੱਲਾਂ ਕਰਨ ਤੋਂ ਬਾਅਦ ਮੈਂ ਉਸਨੂੰ ਪੁੱਛ ਹੀ ਲਿਆ ਕਿ ਤੂੰ ਕਿੱਥੇ ਨੌਕਰੀ ਕਰਦੀ ਹੈ। ਮੇਰਾ ਸਵਾਲ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ। ਮੇਰੇ ਵਾਰ-ਵਾਰ ਪੁੱਛਣ 'ਤੇ ਉਸਨੇ ਨਜ਼ਰ ਝੁਕਾ ਕੇ ਕਿਹਾ ਕਿ ਇੱਕ ਅਮੀਰ ਔਰਤ ਦੇ ਘਰ ਸਫਾਈ ਦਾ ਕੰਮ ਕਰਦੀ ਹਾਂ। ਇਹ ਕਹਿ ਕੇ ਉਹ ਨਾ ਜਾਣੇ ਕਿਉਂ ਰੋਣ ਲੱਗੀ। ਮੈਂ ਉਸਨੂੰ ਚੁੱਪ ਕਰਾਇਆ। ਉਸਨੇ ਮੈਨੂੰ ਕਿਹਾ ਕਿ ਮੇਰੇ ਲਈ ਬੱਚਿਆਂ ਤੇ ਤੁਹਾਡੇ ਤੋਂ ਵੱਧ ਕੇ ਕੁਝ ਨਹੀਂ। ਮੈਂ ਜੋ ਵੀ ਕਰ ਰਹੀ ਹਾਂ ਤੁਹਾਡੇ ਲਈ ਕਰ ਰਹੀ ਹਾਂ। ਪਤਾ ਨਹੀਂ ਕਿਉਂ ਸੀਮਾ ਦੀਆਂ ਗੱਲਾਂ ਵਿੱਚ ਸੱਚਾਈ ਨਹੀਂ ਲੱਗ ਰਹੀ ਸੀ। ਉਹ ਉੱਠ ਕੇ ਉੱਥੋਂ ਚਲੀ ਗਈ। ਫਿਰ ਕੁਝ ਦਿਨ ਬਾਅਦ ਉਹ ਆਦਮੀ ਮੇਰੇ ਘਰ ਆਇਆ ਸੀ ਜੋ ਸੀਮਾ ਦੀ ਤਬੀਅਤ ਖਰਾਬ ਹੋਣ ਦੇ ਬਾਵਜੂਦ ਵੀ ਸੀਮਾ ਨੂੰ ਪੈਸੇ ਦੇ ਕੇ ਗਿਆ ਸੀ। ਜਦੋਂ ਦਾ ਉਹ ਆਦਮੀ ਸਾਡੇ ਘਰੋਂ ਗਿਆ ਸੀ ਮੇਰਾ ਦਿਲ ਬੇਚੈਨ ਹੋਣ ਲੱਗਿਆ ਸੀ। ਮਰਦ ਆਪਣੀ ਪਤਨੀ 'ਤੇ ਉੱਠਣ ਵਾਲੀ ਨਜ਼ਰ ਨੂੰ ਪਹਿਚਾਣ ਲੈਂਦਾ ਹੈ, ਪਰ ਮੇਰੀ ਬਿਮਾਰੀ ਨੇ ਮੈਨੂੰ ਕਿਤੇ ਦਾ ਨਹੀਂ ਛੱਡਿਆ ਸੀ। ਸਾਡਾ ਗੁਜ਼ਾਰਾ ਵਧੀਆ ਹੋ ਰਿਹਾ ਸੀ, ਪਰ ਬਿਮਾਰੀ ਨੇ ਸਭ ਖਤਮ ਕਰ ਦਿੱਤਾ ਸੀ। ਅਗਲੇ ਦਿਨ ਸੀਮਾ ਬੱਚਿਆਂ ਨੂੰ ਖਿਡੌਣੇ ਦਿਵਾ ਕੇ ਲਿਆਈ। ਮੇਰੀ ਪਤਨੀ ਤੇ ਬੱਚੇ ਬਹੁਤ ਖੁਸ਼ ਦਿਖਾਈ ਦੇ ਰਹੇ ਸਨ, ਪਰ ਮੈਂ ਇਹ ਸਭ ਦੇਖ ਕੇ ਹੈਰਾਨ ਹੋ ਗਿਆ ਸੀ ਤੇ ਮੈਂ ਠਾਣ ਲਿਆ ਸੀ ਕਿ ਪਤਾ ਲਗਾ ਕੇ ਹੀ ਰਹੂੰਗਾ ਕਿ ਸੀਮਾ ਅਜਿਹਾ ਕਿਹੜਾ ਕੰਮ ਕਰਦੀ ਹੈ ਜੋ ਥੋੜ੍ਹੇ ਘੰਟਿਆਂ ਵਿੱਚ ਹੀ ਇੰਨੇ ਪੈਸੇ ਮਿਲ ਜਾਂਦੇ ਹਨ। ਰਾਤ ਭਰ ਬੇਚੈਨੀ ਕਰਕੇ ਮੈਨੂੰ ਨੀਂਦ ਨਹੀਂ ਆਈ ਤੇ ਜਦੋਂ ਸਵੇਰ ਹੋਈ ਤਾਂ ਸੀਮਾ ਕੰਮ 'ਤੇ ਗਈ ਤਾਂ ਮੈਂ ਸੀਮਾ ਦਾ ਪਿੱਛਾ ਕਰਨ ਲੱਗਾ। ਉਹ ਤੇਜ਼ ਕਦਮਾਂ ਨਾਲ ਚੱਲ ਰਹੀ ਸੀ, ਪਰ ਅਚਾਨਕ ਮੇਰੀ ਧੜਕਣ ਉਸ ਸਮੇਂ ਰੁਕਦੀ ਹੋਈ ਮਹਿਸੂਸ ਹੋਈ ਜਦੋਂ ਸੀਮਾ ਕਿਸੇ ਮਾਲਕਣ ਦੇ ਘਰ ਜਾਣ ਦੀ ਬਜਾਏ ਇੱਕ ਛੋਟੇ ਘਰ ਦੇ ਸਾਹਮਣੇ ਜਾ ਕੇ ਖੜੀ ਹੋ ਗਈ, ਜਿੱਥੇ ਉਹੀ ਆਦਮੀ ਮੌਜੂਦ ਸੀ ਜੋ ਉਸ ਦਿਨ ਮੇਰੇ ਘਰ ਆਇਆ ਸੀ। ਉਹ ਸੀਮਾ ਵੱਲ ਦੇਖ ਕੇ ਮੁਸਕਰਾਇਆ ਤੇ ਉਸਨੂੰ ਅੰਦਰ ਜਾਣ ਦਾ ਇਸ਼ਾਰਾ ਕੀਤਾ। ਇਹ ਸਭ ਦੇਖ ਕੇ ਮੈਨੂੰ ਅਜਿਹਾ ਲੱਗ ਰਿਹਾ ਸੀ ਕਿ ਮੇਰਾ ਦਿਲ ਕਿਸੇ ਨੇ ਮੁੱਠੀ ਵਿੱਚ ਘੁੱਟ ਲਿਆ ਹੈ। ਸੀਮਾ ਦੇ ਅੰਦਰ ਜਾਣ ਤੋਂ ਬਾਅਦ ਉਹ ਆਦਮੀ ਵੀ ਘਰ ਦੇ ਅੰਦਰ ਗਿਆ ਤੇ 2 ਮਿੰਟ ਦੇ ਬਾਅਦ ਹੀ ਉਹ ਬਾਹਰ ਆ ਗਏ। ਕੁਝ ਦੇਰ ਬਾਅਦ ਉਹ ਆਦਮੀ ਸੀਮਾ ਨੂੰ ਟੈਕਸੀ ਵਿੱਚ ਬਿਠਾ ਕੇ ਉੱਥੋਂ ਚਲਿਆ ਗਿਆ। ਮੈਂ ਵੀ ਰਿਕਸ਼ਾ ਲਿਆ ਤੇ ਉਸ ਟੈਕਸੀ ਦਾ ਪਿੱਛਾ ਕਰਨ ਲੱਗਿਆ।
ਉਹ ਟੈਕਸੀ ਇੱਕ ਹਸਪਤਾਲ ਦੇ ਸਾਹਮਣੇ ਰੁਕੀ। ਇਹ ਦੇਖ ਕੇ ਮੇਰਾ ਦਿਲ ਡੁੱਬਣ ਲੱਗਾ ਕਿ ਕੀ ਉਸ ਆਦਮੀ ਨੇ ਸੀਮਾ ਨਾਲ ਕੁਝ ਗਲਤ ਕੀਤਾ ਹੈ, ਕਿ ਉਹ ਪ੍ਰੈਗਨੈਂਟ ਹੈ। ਮੈਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਸੀਮਾ ਚੱਕਰ ਆਉਣ 'ਤੇ ਜੀ ਮਚਲਾਉਣ ਦੀ ਗੱਲ ਵੀ ਕਰ ਰਹੀ ਸੀ। ਮੈਨੂੰ ਤਾਂ ਆਪਣੇ ਸਾਹ ਰੁਕਦੇ ਹੋਏ ਲੱਗ ਰਹੇ ਸਨ। ਇੱਕ ਮਰਦ ਲਈ ਸ਼ਾਇਦ ਇਸ ਤੋਂ ਤਕਲੀਫ ਕੁਝ ਹੋਰ ਨਹੀਂ ਹੋ ਸਕਦੀ ਜੋ ਉਸ ਸਮੇਂ ਮੈਂ ਸਹਿ ਰਿਹਾ ਸੀ। ਮੈਂ ਮਰੇ ਕਦਮਾਂ ਨਾਲ ਹਸਪਤਾਲ ਦੇ ਅੰਦਰ ਗਿਆ। ਸੀਮਾ ਉਸ ਆਦਮੀ ਨਾਲ ਇੱਕ ਕਮਰੇ ਵਿੱਚ ਗਈ। ਮੈਂ ਕਮਰੇ ਵਿੱਚ ਲੱਗੇ ਸ਼ੀਸ਼ੇ ਵਿੱਚ ਦੀ ਦੇਖਣ ਲੱਗਾ। ਉੱਥੇ ਇੱਕ ਔਰਤ ਬੈੱਡ 'ਤੇ ਪਈ ਸੀ। ਉੱਥੇ ਡਾਕਟਰ ਵੀ ਮੌਜੂਦ ਸੀ। ਉਹ ਆਦਮੀ ਉਸ ਔਰਤ ਕੋਲ ਜਾ ਕੇ ਖੜ੍ਹਾ ਹੋ ਗਿਆ ਅਤੇ ਉਸਦੇ ਮੱਥੇ 'ਤੇ ਹੱਥ ਫੇਰਨ ਲੱਗਿਆ। ਮੈਂ ਹਜੇ ਦੇਖ ਹੀ ਰਿਹਾ ਸੀ ਕਿ ਇੱਕ ਨਰਸ ਨੇ ਮੈਨੂੰ ਕਿਹਾ ਕਿ ਦਰਵਾਜ਼ੇ ਤੋਂ ਪਿੱਛੇ ਹਟ ਜਾਓ ਤਾਂ ਕਿ ਉਹ ਅੰਦਰ ਜਾ ਸਕੇ। ਮੈਂ ਉਸ ਨਰਸ ਨੂੰ ਪੁੱਛਿਆ ਕਿ ਅੰਦਰ ਮਰੀਜ਼ ਕੌਣ ਹੈ, ਤਾਂ ਉਹ ਮੈਨੂੰ ਦੱਸਣ ਲੱਗੀ ਕਿ ਇੱਕ ਔਰਤ ਹੈ, ਉਸਦੇ ਦੋਨੋਂ ਗੁਰਦੇ ਖਰਾਬ ਹੋ ਗਏ ਹਨ। ਉਸਦਾ ਪਤੀ ਗੁਰਦਾ ਟ੍ਰਾਂਸਪਲਾਂਟ ਕਰਵਾਉਣਾ ਚਾਹੁੰਦਾ ਹੈ, ਜਿਸ ਕਰਕੇ ਉਹ ਇੱਕ ਔਰਤ ਨੂੰ ਰੋਜ਼ ਹਸਪਤਾਲ ਲੈ ਕੇ ਆਉਂਦਾ ਹੈ ਅਤੇ ਉਸਦੇ ਬਹੁਤ ਸਾਰੇ ਟੈਸਟ ਕੀਤੇ ਜਾਂਦੇ ਹਨ। ਬਸ ਕੁਝ ਹੀ ਦਿਨਾਂ ਵਿੱਚ ਆਪਰੇਸ਼ਨ ਹੈ। ਇਹ ਕਹਿ ਕੇ ਉਹ ਨਰਸ ਅੰਦਰ ਚਲੀ ਗਈ ਤਾਂ ਕਿ ਸੀਮਾ ਉਸ ਆਦਮੀ ਦੀ ਪਤਨੀ ਨੂੰ ਆਪਣਾ ਗੁਰਦਾ ਦੇ ਰਹੀ ਸੀ। ਇਹ ਸਭ ਜਾਣ ਕੇ ਮੇਰੀਆਂ ਅੱਖਾਂ ਭਰ ਆਈਆਂ ਕਿ ਮੇਰੀ ਪਤਨੀ ਮੇਰੀ ਖਾਤਰ ਕਿਸ ਹੱਦ ਤੱਕ ਜਾ ਰਹੀ ਸੀ ਅਤੇ ਮੈਂ ਕੀ ਸੋਚ ਬੈਠਾ ਸੀ। ਕੁਝ ਦੇਰ ਬਾਅਦ ਸੀਮਾ ਕਮਰੇ ਵਿੱਚੋਂ ਬਾਹਰ ਆਈ ਅਤੇ ਮੈਨੂੰ ਦੇਖ ਕੇ ਘਬਰਾ ਗਈ। ਮੈਂ ਕਿਹਾ, ਮੈਂ ਸਭ ਜਾਣ ਚੁੱਕਿਆ ਹਾਂ। ਉਹ ਕਹਿਣ ਲੱਗੀ ਕਿ ਮੈਨੂੰ ਇਸ ਕੰਮ ਤੋਂ ਮਨ੍ਹਾ ਨਾ ਕਰਨਾ। ਮੈਂ ਤੁਹਾਡੇ ਲਈ ਇੱਕ ਔਰਤ ਦੀ ਜ਼ਿੰਦਗੀ ਬਚਾਉਣ ਦਾ ਵਾਅਦਾ ਕਰ ਲਿਆ ਹੈ। ਉਹ ਆਦਮੀ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਆਪਰੇਸ਼ਨ ਤੋਂ ਪਹਿਲਾਂ ਉਹ ਆਪਾਂ ਨੂੰ 5 ਲੱਖ ਰੁਪਏ ਵੀ ਦੇਵੇਗਾ। ਸੀਮਾ ਰੋਂਦੇ ਹੋਏ ਮੇਰੀਆਂ ਮਿੰਨਤਾਂ ਕਰ ਰਹੀ ਸੀ। ਮੈਂ ਇਨਕਾਰ ਨਹੀਂ ਕਰ ਸਕਿਆ ਕਿਉਂਕਿ ਸੀਮਾ ਉਸ ਆਦਮੀ ਦੀ ਪਤਨੀ ਦੀ ਜਾਨ ਬਚਾਉਣ ਦਾ ਵਾਅਦਾ ਕਰ ਚੁੱਕੀ ਸੀ। ਹੁਣ ਸੀਮਾ ਉਸ ਨੂੰ ਧੋਖਾ ਨਹੀਂ ਦੇ ਸਕਦੀ ਸੀ, ਇਸ ਲਈ ਮੈਂ ਵੀ ਹਾਮੀ ਭਰ ਦਿੱਤੀ। ਪਰ ਅੰਦਰੋਂ ਬਹੁਤ ਘਬਰਾਇਆ ਹੋਇਆ ਸੀ ਕਿ ਪਤਾ ਨਹੀਂ ਕੀ ਹੋਵੇਗਾ। ਕੁਝ ਦਿਨ ਬਾਅਦ ਇੱਕ ਕਾਮਯਾਬ ਆਪਰੇਸ਼ਨ ਹੋ ਗਿਆ ਅਤੇ ਮੇਰੀ ਪਤਨੀ ਸੀਮਾ ਠੀਕ ਸੀ ਅਤੇ ਉਸ ਆਦਮੀ ਦੀ ਪਤਨੀ ਵੀ ਬਚ ਗਈ ਸੀ। ਪਰ ਮੈਂ ਅੰਦਰੋਂ ਬਹੁਤ ਸ਼ਰਮਿੰਦਾ ਸੀ ਕਿ ਮੇਰੇ ਮਨ ਵਿੱਚ ਆਪਣੀ ਪਤਨੀ ਲਈ ਗਲਤ ਖਿਆਲ ਕਿਵੇਂ ਆ ਸਕਦੇ ਸਨ। ਪਰ ਮੈਂ ਕਰਦਾ ਵੀ ਕੀ ਕਿ ਸਾਰੇ ਹਾਲਾਤ ਮੇਰੇ ਮਨ ਵਿੱਚ ਅਜਿਹੇ ਖਿਆਲ ਪੈਦਾ ਕਰ ਰਹੇ ਸਨ। ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ ਕਿ ਮੇਰੇ ਮਨ ਵਿੱਚ ਕੀ ਚੱਲ ਰਿਹਾ ਸੀ, ਕਿਉਂਕਿ ਜੇ ਮੈਂ ਅਜਿਹਾ ਕਰਦਾ ਤਾਂ ਮੇਰੀ ਪਤਨੀ ਦੀਆਂ ਨਜ਼ਰਾਂ ਵਿੱਚ ਮੇਰੀ ਇੱਜ਼ਤ ਕੀ ਰਹਿ ਜਾਣੀ ਸੀ। ਪਰ ਜੋ ਉਸਨੇ ਮੇਰੇ ਲਈ ਕੀਤਾ ਉਸ ਦਾ ਦੇਣ ਮੈਂ ਕਦੇ ਨਹੀਂ ਦੇ ਸਕਦਾ। ਬਸ ਉਸਨੂੰ ਸਾਰੀ ਜ਼ਿੰਦਗੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ। ਰੱਬ ਕਰੇ ਹਰ ਪਤੀ ਪਤਨੀ ਦਾ ਰਿਸ਼ਤਾ ਮਜ਼ਬੂਤ ਹੋਵੇ ਅਤੇ ਉਹਨਾਂ ਵਿੱਚ ਪਿਆਰ ਬਣਿਆ ਰਹੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।